ਜੀ अस्सलाम वालेकुम। मैं नज़र अब्बास लंदन ਤੋਂ। ਤੁਸੀਂ ਸਰ ਪਿਛਲੇ 2-3 ਦਿਨ ਦੀ ਕਾਰਵਾਈ ਦੇਖੀ। ਉਸ ਕਾਰਵਾਈ ਦੇ ਵਿੱਚ ਕੁਝ ਖਾਸ ਚੀਜ਼ਾਂ ਸਨ ਜਿਹੜੀਆਂ ਕਿ ਮੈਨੂੰ ਲੱਗੀਆਂ ਕਿ ਖਾਸ ਨੇ। ਉਹਨਾਂ 'ਚ ਇੱਕ 7 ਘੰਟੇ ਦਾ ਇਜਲਾਸ ਵੀ ਤੁਸੀਂ ਸੁਣ ਲਿਆ ਕਿ 7 ਘੰਟੇ ਬੈਠੇ ਰਹੇ ਨੇ, ਗੱਪਾਂ ਮਾਰਦੇ ਰਹੇ ਨੇ। ਉਹਦੇ 'ਚੋਂ ਬਾਹਰ ਨਿਕਲੇ ਕਹਿੰਦੇ ਨੇ ਪੀਟੀਆਈ ਦੀ ਵਜ੍ਹਾ ਨਾਲ ਸਾਰਾ ਕੁਝ ਹੋ ਰਿਹਾ ਔਰ ਸੋਸ਼ਲ ਮੀਡੀਆ ਸਾਰਾ ਕੁਝ ਕਰ ਰਿਹਾ, ਤੰਬਾ ਤੇ ਇਹ ਦਹਿਸ਼ਤਗਰਦੀ ਫੈਲ ਰਹੀ ਹੈ। ਸਿਰਫ ਇੱਕ ਜੁਮਲਾ ਕਹਿ ਕੇ ਅੱਗੇ ਜਾਵਾਂਗਾ ਤੇ ਜੇ ਪੀਟੀਆਈ ਦੀ ਵਜ੍ਹਾ ਨਾਲ ਜੇ ਦਹਿਸ਼ਤਗਰਦੀ ਫੈਲ ਰਹੀ ਹੈ ਤੇ ਪੀਟੀਆਈ ਸਾਰੀ ਪਿੱਟ ਰਹੀ ਹੈ, ਰੋ ਰਹੀ ਹੈ। ਮੁਰਾਦ ਸਈਦ ਤੋਂ ਲੈ ਕੇ ਬਾਜੋੜ ਦੇ ਵਿੱਚ ਦੇਖ ਲਓ, ਹਰ ਜਗ੍ਹਾ ਦੇਖ ਲਓ ਪੀਟੀਆਈ ਦੇ ਵਰਕਰ ਨੇ ਆਪਣਾ ਝੰਡਾ ਵੀ ਨਹੀਂ ਚੁੱਕਦੇ। ਅਮਨ ਦਾ ਝੰਡਾ, ਸਫੈਦ ਝੰਡਾ ਚੁੱਕ ਕੇ ਜਲਸੇ ਜਲੂਸ ਕਰਦੇ। ਅਗਰ ਉਹ ਹੋਣ ਤੇ ਉਹ ਤੁਹਾਨੂੰ ਇੰਨੀ ਦੇਰ ਦੇ ਕਹਿਣ ਡੇ, ਤੁਸੀਂ ਉਹਨਾਂ ਦੀ ਸੁਣ ਲੈਣੀ ਸੀ। ਬਹਾਲ ਇੱਕ ਫਜ਼ੂਲ ਜਿਹਾ ਬਿਆਨੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੀਟੀਆਈ ਦੇ ਅਟੈਕ, ਪੀਟੀਆਈ ਤੇ ਅਟੈਕ। 7 ਘੰਟੇ ਬੈਠੇ ਰਹੇ ਜਾਣ, 7 ਘੰਟੇ। ਸਰ ਤੁਸੀਂ ਅੰਦਾਜ਼ਾ ਕਰੋ ਕਿ 7 ਘੰਟੇ ਬਹਿ ਕੇ ਲੂਡੋ ਖੇਡਦੇ ਰਹੇ ਨੇ ਉੱਥੇ ਬਹਿ ਕੇ। ਉੱਥੋਂ ਬਹਿ ਕੇ ਉਹਨੂੰ ਬਾਅਦ ਚੋਂ ਉਹਨੂੰ ਕੁਛ ਨਹੀਂ, ਉਹੀ ਪੁਰਾਣੀਆਂ ਗੱਲਾਂ, ਉਹੀ ਸਾਰੀਆਂ ਚੀਜ਼ਾਂ। 7 ਘੰਟੇ 'ਚ ਉਹਨਾਂ ਨੂੰ ਸਿਰਫ ਇਹ ਲੱਭਾ ਕਿ ਇਮਰਾਨ ਖਾਨ, ਇਮਰਾਨ ਖਾਨ, ਇਮਰਾਨ ਖਾਨ, ਪੀਟੀਆਈ, ਪੀਟੀਆਈ, ਪੀਟੀਆਈ। ਤੁਸੀਂ ਅੰਦਾਜ਼ਾ ਕਰ ਲਓ ਕਿ ਅੱਛਾ ਉੱਥੇ ਹੋਰ ਜਿਹੜੀ ਚੀਜ਼ ਜਿਹੜੀ ਮੈਨੂੰ ਉਹ ਤਾਂ ਉਹਨਾਂ ਦੇ ਹੁਕੂਮਤ ਤੇ ਚਲੋ ਹੈ ਸੋ ਹੈ, ਉਹਨਾਂ ਤੇ ਕੀ ਗੱਲ ਕਰਨੀ। ਮੈਂ ਆਪਣੀ ਗੱਲ ਕਰ ਲਈਏ। अपने साढ़े बंदे देखो जी, जैसे जा रहे हैं, हम जा रहे हैं, हमने वो कमेटी बना दी है। कमेटी बनाती उन्होंने, उस कमेटी को 4 बंदे पाते, उन्होंने बंदे को बनने को तैयार कोई नहीं है। आवाम कह रही है कि नहीं जाना, वो कह रहे जाना, रौला बन गया जी। आवाम कौन है? सोशल मीडिया आवाम ही है ना जी। सोशल मीडिया जो असं कहने सारा मोबाइल फोन, जो बंदे को मोबाइल फोन फड़िया आवाम है, वो पाकिस्तान की आवाम है जिन्हें जिस किसी ने भी मोबाइल फोन फड़िया, वो सारे फिर फोन पिट पिट के कोई कमाली जो पखर तो, कोई सखर तो, कोई अमरीका तो, फ्रांस, सारे कहने हमने नहीं जाना, हमने नहीं जाना। सारे पूरी आवाम कहने कि नहीं जाना। ये 4 बंदे कहने जाना। इन्होंने कमेटी बनाती। आमर साहब ने, डोगर साहब ने अपना बंदा दिल्ली नाम भी दे दिते। उमर यूब साहब ने खत लिखा उन्होंने कि सानू मिलण दी, सिर्फ अपनी कार्रवाई उन्होंने पूरी की। पर एनीवे लॉन्ग स्टोरी शॉर्ट है जी कि गल इस तरह है कि गल यह है कि पाकिस्तान की जी कि पाकिस्तान तहरीक इंसाफ की क्यादत है ना सर ये जी है ना, यदा कोई आवाम ना डिसकनैक्ट हो गई है। और मेरे वास्ते बड़ी अजीब गल है, समझण की मैं कोशिश करन रहा। तुसीं भी समझण की कोशिश करो, तुहानूं समझ लगे तो मैनूं किते कमेंट 'च लिख दिया जी कि भाई रौला की हैगा। मैनूं समझ नहीं आ रही कि जिस पार्टी नूं लोगां ने तमाम निशानां दे बावजूद वोट दिता, किसी नूं अपने निशान दा नहीं सी पता। कोई कुकड़ी नूं वोट पाउण डिया, कोई चमचा, कोई खीरा, कोई मोर, कोई लोटा, इंतखाबी निशान। लोकां ने तुहानूं वोट पाए। इस वोट का मतलब यह है कि तुहाडे पिछे आवाम खड़ी है। ये मैं गल कर रहा क्यादत नूं, मैं समझण की कोशिश कर रहा क्यादत कित्थे खड़ी है। ये सारे लोगों ने तुहानूं वोट पाए दा मतलब की है? ਇਹਦਾ मतलब यह है कि आवाम ਤੁਹਾਡੇ ਨਾਲ ਖੜੀ ਹੈ। ਇਹਨਾਂ ਨੂੰ, ਆਸਮ ਮੁਨੀਰ ਸਾਹਿਬ ਨੂੰ, ਆਪਣਾ ਸ਼ਬਾਜ਼ ਸਾਹਿਬ ਨੂੰ ਤੇ ਜ਼ਰਦਾਰੀ ਸਾਹਿਬ ਨੂੰ, ਇਹਨਾਂ ਸਾਰਿਆਂ ਨੂੰ ਇਹ ਕਿਉਂ ਕਰਨਾ ਪਿਆ? ਸਾਰਾ ਧਾਂਦਲੀ ਕਿਉਂ ਕਰਨੀ ਪਈ? ਕਾਜ਼ੀ ਫਾਇਦੀ ਸਾਹਿਬ ਕੇ ਜੱਜ ਨੂੰ ਬਗੈਰਤ ਨੂੰ ਲੈ ਕੇ ਇਹਨਾਂ ਸਾਰਾ ਕਿਉਂ ਕਰਨਾ ਪਿਆ? ਕਿਉਂਕਿ ਆਵਾਮ ਨੇ ਵੋਟ ਪਾਇਆ। ਕਿਉਂਕਿ ਆਵਾਮ ਸਾਰੀ ਖਲੋ ਗਈ ਇਮਰਾਨ ਖਾਨ ਦੇ ਨਾਲ। ਬੱਲੇ ਦਾ ਨਿਸ਼ਾਨ ਵੀ ਲੈ ਲਿਆ, ਹੱਥ ਵੀ ਬੰਨ੍ਹਤੇ, ਪੈਰ ਵੀ ਬੰਨ੍ਹਤੇ, ਗੋਡੇ ਵੀ ਬੰਨ੍ਹਤੇ, ਬਾਹਾਂ ਵੀ ਬੰਨ੍ਹਤੀਆਂ, ਸਾਰਾ ਕੁਝ ਬੰਨ ਬਣਾ ਕੇ ਜਦੋਂ ਇਮਰਾਨ ਖਾਨ ਜਿੱਤ ਗਿਆ, ਜਦੋਂ ਇਸ ਆਵਾਮ ਨੇ ਤੁਹਾਨੂੰ ਜਿਤਾ ਦਿੱਤਾ, ਅੱਲਾ ਦੀ ਮਦਦ ਦੇ ਨਾਲ, ਅੱਲਾ ਦੀ ਮਿਹਰਬਾਨੀ ਨਾਲ, ਜਿਸ ਆਵਾਮ ਨੇ ਤੁਹਾਨੂੰ ਜਿਤਾ ਦਿੱਤਾ, ਤੁਸੀਂ ਆਵਾਮ ਨੂੰ ਭੁੱਲੀ ਬੈਠੇ ਹੋ। ਤੁਸੀਂ ਬਿਲਕੁਲ ਭੁੱਲੀ ਬੈਠੇ। ਤੁਹਾਨੂੰ ਲੱਗਦਾ ਵੀ ਇਹ ਤਗੜੇ ਆ, ਆਵਾਮ ਨਹੀਂ ਤਗੜੀ। ਤੁਸੀਂ ਜਾ ਜਾ ਕੇ ਇਹਨਾਂ ਦੀ ਕੁੱਛੜ ਚ ਬਣਨ ਦੀ ਕੋਸ਼ਿਸ਼ ਕਰ ਰਹੇ। ਸਾਡੀ ਲੀਡਰਸ਼ਿਪ ਦੀ ਗੱਲ ਕਰ ਰਹੇ, ਜਿਹੜੇ ਕਹਿ ਰਹੇ ਸੀ हमने जाना है, हम अगर ना गए तो वो फैसला कर लेंगे, तो हम क्या करेंगे। ये नहीं बहाने ऐसे ऐसे बनाते ਜਿਹਦੇ ਕੋਈ ਹਿਸਾਬ ਨਹੀਂ, ਸਮਝ ਨਹੀਂ ਆਉਂਦੀ ਵੀ ਕਿਹੜਾ ਐਸਾ ਕੰਮ ਕਰਨਾ ਸੀ ਤੁਹਾਡੇ ਜਾਇ ਬਗੈਰ ਉਹਨਾਂ ਨੇ। ਤੁਹਾਡੇ ਤੁਸੀਂ ਨਹੀਂ ਗਏ, ਕੀ ਕਰ ਲਿਆ ਉਹਨਾਂ ਨੇ? ਕੀ ਹੋਇਆ ਹੁਣ? ਕਿਹੜਾ ਫੈਸਲਾ ਕਰ ਲਿਆ ਉਹਨਾਂ ਨੇ? ਉਹੀ ਇਮਰਾਨ ਖਾਨ ਤੁਸੀਂ ਜਾਣਦੇ ਵੀ ਹੁੰਦੇ, ਤੁਹਾਨੂੰ ਬਹਿ ਗਾਲਾਂ ਕਰਨੀ ਬਈ ਤੁਸੀਂ ਜਿੱਦਾਂ ਅਸੀਂ 6-7 ਬੰਦੇ ਲੈ ਕੇ 10 ਲੈ ਲਓ, 12-14 ਲੈ ਲਓ ਤੁਸੀਂ ਬੰਦੇ, ਉਹ ਬੈਠੇ ਸਾਰੀ ਟੀਮ ਤੁਹਾਨੂੰ ਫੜ ਕੇ ਜ਼ਲੀਲ ਕਰਨਾ। ਇੱਥੇ ਸਾਡੇ ਕਿ ਨਾ ਲੰਦਨ 'ਚ ਇੱਕ ਪੰਚਾਇਤ ਜੀ ਹੋਈ ਪੀਟੀਆਈ ਦੇ ਬੰਦਿਆਂ ਦੀ, ਉੱਥੇ ਇੱਕ ਗਰੁੱਪ ਆਇਆ 4 ਬੰਦੇ ਲੈ ਕੇ ਗਿਆ, ਉਹ ਦੂਜਾ ਗਰੁੱਪ ਆਇਆ 50 ਬੰਦੇ ਲੈ ਕੇ ਆ ਗਿਆ। ਉਹ ਯਾਰ ਤੁਸੀਂ 4 ਬੰਦੇ ਬਹਿ ਕੇ ਫੈਸਲਾ ਕਰੋ, 50 ਲਿਆਂਦਾ ਕੀ ਮਤਲਬ? ਮਤਲਬ ਇਹ ਆ ਕਿ ਤੁਸੀਂ ਉਹਨਾਂ ਨੂੰ ਤੁੰਨ ਕੇ ਰੱਖਣਾ, ਉਹਨਾਂ ਦੇ ਸਿਰ ਤੇ ਚੜ੍ਹਨਾ, ਆਪਣੀ ਪਾਵਰ ਸ਼ੋਅ ਕਰਨੀ, ਤਾਕਤ ਵਿਖਾਣੀ ਹੈ। ਤੇ ਬਰਖੁਰਦਾਰੋ, ਮੈਂ ਬਰਖੁਰਦਾਰੋ ਤਾਂ ਨਹੀਂ ਕਹਿਣਾ ਚਾਹੀਦਾ, ਵੈਸੇ ਬਜ਼ੁਰਗ ਨੇ ਸਾਰੇ ਮੇਰੇ ਤੋਂ, ਭਾਵੇਂ ਵੱਡੇ ਹੀ ਹੋਣ ਜੇ ਛੋਟੇ ਹੋਣ, ਆਈ ਹੈਵ ਨੋ ਆਈਡੀਆ। ਉਮਰ ਅਯੂਬ ਸਾਹਿਬ ਨਾਲ ਗੱਲ ਕਰ ਰਿਹਾ, ਸ਼ਿਬਲੀ ਫਰਾਜ਼ ਸਾਹਿਬ ਨਾਲ ਗੱਲ ਕਰ ਰਿਹਾ, ਮੈਂ ਜਿੰਨੇ ਵੀ ਸਾਡੀ ਐਗਜ਼ੈਕਟਿਵ ਕਮੇਟੀ ਦੇ ਬੰਦੇ ਨਾਲ ਗੱਲ ਕਰ ਰਿਹਾ ਕਿ ਭੈਣ ਤੁਹਾਨੂੰ ਲੋਕਾਂ ਨੇ ਵੋਟ ਪਾਇਆ, ਤੁਹਾਡੇ ਪਿੱਛੇ ਆਵਾਮ ਖੜੀ ਹੈ, ਆਵਾਮ ਦੀ ਸੁਣੋ। ਜਦੋਂ ਆਵਾਮ ਕਹਿ ਰਹੀ ਕਿ ਨਹੀਂ ਜਾਣਾ, ਤੁਸੀਂ ਕਿਉਂ ਗਏ? ਖੈਰ ਉਹਨਾਂ ਦਾ ਫੈਸਲਾ ਹੋ ਗਿਆ ਕਿ ਤੁਸੀਂ ਨਹੀਂ ਗਏ ਤੇ ਉਹ ਅੱਛੀ ਗੱਲ ਹੋ ਗਈ। ਲੇਕਿਨ ਉਹ ਕਿਸ ਕਿਸਮ ਦਾ ਜਲਾਸ ਸੀ ਜਿੱਥੇ ਕਿ ਮੌਸਮ ਨਕਵੀ ਕੋਈ ਨਹੀਂ ਸੀ। ਯਾਨੀ ਅੰਦਾਜ਼ਾ ਕਰੋ ਕਿ ਵਜ਼ੀਰ ਦਾਖਲਾ ਪਾਕਿਸਤਾਨ ਦਾ ਕੋਈ ਨਹੀਂ ਸੀ, ਜਿਹੜਾ ਭਾਵੇਂ ਫਾਰਮ 47 ਦਾ ਜਾਂ 48 ਜਾਂ 49 ਜਿਹਦਾ ਵੀ ਹੈ, ਉਹ ਫਾਰਮ 47 ਜਾਂ 42 ਜਾਂ 43, ਉਹ ਉਹਨੂੰ ਉੱਥੇ ਹੋਣਾ ਚਾਹੀਦਾ ਸੀ, ਉਹ ਨਹੀਂ ਸੀ ਉੱਥੇ। ਮੌਸਮ ਨਕਵੀ ਉੱਥੇ ਕੋਈ ਨਹੀਂ।
ਔਰ ਇਜਲਾਸ ਹੋ ਰਿਹਾ। ਔਰ ਐਸੀ ਸੂਰਤ ਦੇ ਵਿੱਚ ਤੁਸੀਂ ਉੱਥੇ ਜਾ ਕੀ ਕਰਨਾ ਸੀ? ਦੇਖੋ, ਜਦੋਂ ਤੀਕਰ ਪਾਕਿਸਤਾਨ ਦੀ ਕਿਆਦਤ ਇਸ ਗੱਲ ਨੂੰ ਸਮਝੇ, ਇਹ ਬੜੀ ਜ਼ਰੂਰੀ ਗੱਲ ਹੈ, ਤੁਹਾਡੇ ਸਮਝਣ ਦੀ ਗੱਲ ਹੈ, ਤੁਹਾਡੇ ਪਿੱਛੇ ਕੌਮ ਖੜੀ ਹੈ। ਇਮਰਾਨ ਖਾਨ ਨੂੰ ਅੰਦਰ ਬੈਠੇ ਕਹਿਣ ਡਿਆ ਕਿ ਤੁਸੀਂ ਫੈਸਲਾ ਠੀਕ ਕੀਤਾ, ਉਹੀ ਗੱਲ ਕਰ ਰਹੀ ਜੀ ਬਾਹਰ ਆਵਾਮ ਕਰ ਰਹੀ। ਇਮਰਾਨ ਖਾਨ ਤਾਂ ਨਹੀਂ ਕਿਸੇ ਨੂੰ ਮਿਲਾ ਕੇ ਮਿਲਿਆ, ਟੀਵੀ ਉਹਦਾ ਬੰਦ, ਅਖਬਾਰਾਂ ਉਹਦੀਆਂ ਬੰਦ, ਉਹੀ ਗੱਲ ਉਹ ਕਰ ਰਿਹਾ, ਉਹੀ ਬਾਹਰ ਆਵਾਮ ਕਰ ਰਹੀ। ਇਹਦਾ ਮਤਲਬ ਕੀ ਮਤਲਬ ਹੈ? ਇਹਦਾ ਮਤਲਬ ਇਹ ਹੈ ਕਿ ਦੋਵੇਂ ਇੱਕੋ ਤਰ੍ਹਾਂ ਸੋਚਦੇ ਆ, ਅਵਾਮ ਔਰ ਇਮਰਾਨ ਇੱਕੋ ਤਰ੍ਹਾਂ ਸੋਚਦੇ ਆ। ਅਗਰ ਤੁਹਾਨੂੰ ਕਿਸੇ ਬੰਦੇ ਨੂੰ ਲੱਗਦਾ ਹੈ ਕਿ ਇਮਰਾਨ ਨੂੰ ਸਿਆਸਤ ਨਹੀਂ ਆਉਂਦੀ ਜਾਂ ਇਮਰਾਨ ਕੋਈ ਗਲਤ ਫੈਸਲੇ ਕਰਨ ਰਿਹਾ ਜਾਂ ਗਲਤ ਗੱਲ ਕਰ ਰਿਹਾ, ਤਾਂ ਭੁੱਲ ਜਾਓ। ਇਹ ਉਹ ਫੈਸਲੇ ਕਰ ਰਿਹਾ ਜਿਹਦੀ ਆਵਾਮ ਚਾਹੁੰਦੀ ਹੈ। ਇਮਰਾਨ ਖਾਨ ਉਹ ਕੰਮ ਕਰਨ ਰਿਹਾ ਜੋ ਆਵਾਮ ਚਾਹੁੰਦੀ ਹੈ, ਜੋ ਆਵਾਮ ਦੇ ਫਾਇਦੇ ਦਾ, ਜਿਹੜਾ ਆਵਾਮ ਨੂੰ ਲੱਗਦਾ ਕਿ ਸਾਡਾ ਕੰਮ ਹੈ। ਤੁਸੀਂ ਵੀ ਬਹਿ ਕੇ ਸੋਚੋ ਕਿ ਤੁਸੀਂ ਕਿੱਥੇ ਖੜੇ ਹੋ। ਤੁਸੀਂ ਸਾਰੀ ਐਗਜ਼ੈਕਟਿਵ ਕਮੇਟੀ, ਸਾਰੇ ਬੰਦੇ, ਉਹ ਗੋਹਰ ਸਾਹਿਬ ਆ ਕੇ ਕਹਿੰਦੇ हम कोई तंजीम नहीं है जो बंदूक उठा के इमरान खान को बाहर ले आए। भी तू हसी कदों कहने भी तू बंदूक लैके आ? ਅਸੀਂ ਤੇ ਗੋਹਰ ਸਾਹਿਬ ਤੁਹਾਨੂੰ ਕੋਈ ਨਹੀਂ ਕਹਿ ਰਹੇ ਕਿ ਆਵਾਮ ਤੇ ਕੋਈ ਨਹੀਂ ਕਹਿ ਰਹੀ ਕਿ ਬੰਦੂਕ ਲੈ ਕੇ ਆ। ਕੌਮ ਸਿਰਫ ਇਹ ਕਹਿ ਰਹੀ ਹੈ ਕਿ ਭਾਈਜਾਨ ਤੁਸੀਂ ਗੱਲ ਕਰੋ, ਤੁਸੀਂ ਬੋਲੋ। ਉਹ ਅੰਦਰ ਬੈਠਾ ਜਿਸ ਅਦਾਲਤ ਦੇ ਵਿੱਚੋਂ ਪਤਾ ਉਹਨੂੰ ਵੀ ਹੈ ਕਿ ਇੱਥੇ ਫੈਸਲੇ ਠੀਕ ਨਹੀਂ ਆਉਂਦੇ, ਪਤਾ ਉਹਨੂੰ ਵੀ ਹੈ ਕਿ ਸਾਰੇ ਚੋਰ ਬੈਠਣ, ਉਹ ਤੇ ਨਹੀਂ ਹਟਦਾ ਪਿਆ, ਉਹ ਤੇ ਡਟਿਆ। ਤੇ ਤੁਹਾਨੂੰ ਕਾਹਦੀ ਮੌਤ ਪੈਣ ਦੀ? ਤੁਹਾਡੇ ਪਿੱਛੇ ਇੰਨੀ ਆਵਾਮ ਖੜੀ। ਮੇਰਾ ਪੁਆਇੰਟ ਜਿਹੜੀ ਇੰਨੀ ਸਾਰੀ ਲੰਮੀ ਜਿਹੜੀ ਮੈਂ ਤਮਹੀਦ ਬੰਨੀ, ਇੰਨੀ ਸਾਰੀ ਮੈਂ ਗੱਲ ਕੀਤੀ ਵੀ 6-7 ਮਿੰਟ ਤੋਂ ਗੱਲ ਕਰ ਰਿਹਾ, ਉਹਦਾ ਮਤਲਬ ਸਿਰਫ ਇੰਨਾ ਸਾਰਾ ਕਿ ਉਹ ਗੋਹਰ ਸਾਹਿਬ ਐਗਜ਼ੈਕਟਿਵ ਕਮੇਟੀ ਵਾਲਿਓ, ਇਹ ਪਾਕਿਸਤਾਨ ਦੀ ਜਿਹੜੀ ਕੌਮ ਹੈ ਉਹ ਇਮਰਾਨ ਖਾਨ ਨਾਲ ਖੜੀ, ਇਮਰਾਨ ਖਾਨ ਦੀ ਪਾਕਿਸਤਾਨ ਦੀ ਕੌਮ ਨਾਲ ਖੜੀ। ਅਗਰ ਤੁਹਾਨੂੰ ਕਿਤੇ ਮੌਕਾ ਮਿਲੇ ਤਾਂ ਇਮਰਾਨ ਖਾਨ ਦੀ ਤੁਹਾਨੂੰ ਕੋਈ ਜਾਣ ਦੀ ਸ਼ਾਇਦ ਜ਼ਰੂਰਤ ਹੀ ਨਾ ਪਵੇ, ਤੁਸੀਂ ਆਵਾਮ ਕੋ ਚਲੇ ਜਾਓ। ਤੁਹਾਨੂੰ ਸ਼ਾਇਦ ਜੇਲ੍ਹ 'ਚ ਮੁਲਾਕਾਤਾਂ ਦੀ ਲੋੜ ਹੀ ਨਾ ਪਵੇ, ਤੁਸੀਂ ਆਵਾਮ ਕੋ ਚਲੇ ਜਾਓ। ਤੁਸੀਂ ਆਵਾਮ ਕੋ ਜਾ ਕੇ ਉਹਨਾਂ ਕੋਲ ਪੁੱਛੋ ਕੀ ਚਾਹੁੰਦੇ ਆ, ਆਪਣੇ ਘਰਾਂ ਦੇ ਬਾਹਰ ਬੈਠਕਾਂ ਲਾ ਕੇ ਪੁੱਛੋ ਲੋਕੀ ਕੀ ਚਾਹੁੰਦੇ, ਫਿਰ ਉਹ ਕੰਮ ਕਰੋ। ਔਰ ਫਿਰ ਤੁਹਾਡੇ ਨਾਲ ਆਵਾਮ ਨਾ ਟੁਰੇ ਤਾਂ ਫਿਰ ਤੁਸੀਂ ਗੱਲ ਕਰਿਆ ਜੇ, ਬਹਿ ਕੇ ਕਹਿੰਦੇ ਆਵਾਮ ਨਹੀਂ, ਫਲਾਂ ਨਹੀਂ ਨਿਕਲਾ, ਤੁਸੀਂ ਉਹਨਾਂ ਕੋਲ ਜਾਓ ਤੇ ਨਿਕਲਣ। ਤੁਸੀਂ ਆਪਣੇ ਘਰਾਂ 'ਚ ਘੁੰਮੀ ਜਾਂਦੇ। ਬਹਰਹਾਲ ਜੀ, ਹੁਣ ਜਿਹੜਾ ਨਾ ਇਮਰਾਨ ਖਾਨ ਤੇ ਆਸਮ ਮੁਨੀਰ ਦੀ ਸਟੋਰੀ ਹੈ ਨਾ, ਉਹ ਤਕਰੀਬਨ ਮੇਰੇ ਹਿਸਾਬ ਦੇ ਵਿੱਚ ਬੜੀ ਦੇਰ ਦਾ ਮੈਂ ਸਮਝ ਰਿਹਾ ਕਿ ਕੁਦਰਤ ਨੂੰ ਕੀ ਮਨਜ਼ੂਰ ਆ, ਕਿਉਂ ਦੇ ਰਹੀ ਹੈ ਮੈਨੂੰ ਨਹੀਂ ਪਤਾ, ਲੇਕਿਨ ਇਹ ਮੁੱਕ ਚੁੱਕਾ ਹੈ। ਆਸਮ ਮੁਨੀਰ ਤਾਰੀਖ ਦੇ ਹੱਥੋਂ ਖਤਮ ਹੋ ਚੁੱਕਾ ਹੈ। ਇਹ ਇੰਨਾ ਕੁ ਨੰਗਾ ਹੋ ਚੁੱਕਾ ਕਿ ਜਿਹਦੀ ਕੋਈ ਮਤਲਬ ਨੰਗੇ ਤੋਂ ਵੀ ਨੰਗਾ ਕੀ ਹੋ ਸਕਦਾ, ਉਹ ਹੋ ਗਿਆ। ਯਾਨੀ ਤੁਸੀਂ ਜਰਾ ਸੋਚੋ ਜ਼ੇਨ ਦੇ ਵਿੱਚ ਕਿ ਇੱਕ ਨੰਗਾ ਬੰਦਾ ਤੁਹਾਡੇ ਸਾਹਮਣੇ ਖੜਾ, ਉਹਨੂੰ ਹੋਰ ਵੀ ਨੰਗਾ ਹੋ ਜਾਏ, ਉਹ ਕੀ ਚੀਜ਼ ਹੋਏਗੀ? ਫਿਰ ਉਹ ਹੋਈ ਜੀ ਆਸਮ ਮੁਨੀਰ ਸਾਹਿਬ। ਆਸਮ ਮੁਨੀਰ ਸਾਹਿਬ ਦੇ ਧੀ ਪੁੱਤਰ, ਡਿਪਲੋਮੈਟਿਕ ਪਾਸਪੋਰਟ, ਉਹਦੇ ਰਿਸ਼ਤੇਦਾਰ, ਫੁੱਫੀਆਂ, ਚਾਚੀਆਂ, ਮਾਮੀਆਂ ਸਾਰੇ ਮੌਜਾਂ ਕਰ ਰਹੇ ਨੇ। ਔਰ ਇਤਨਾ ਕਰਪਟ ਇਨਸਾਨ ਜਿਹੜਾ ਨਾ, ਉਹ ਪਾਕਿਸਤਾਨ ਦੀ ਫੌਜ ਨੂੰ, ਪਾਕਿਸਤਾਨ ਦੀ ਆਵਾਮ ਨੂੰ ਕਬੂਲ ਨਹੀਂ ਹੈ। ਇਸੇ ਤਰ੍ਹਾਂ ਪਾਕਿਸਤਾਨ ਦੀ ਫੌਜ ਦਾ ਖਤ ਸਾਹਮਣੇ ਆਇਆ, ਜਿਹਦੇ 'ਚ ਪਾਕਿਸਤਾਨ ਦੀ ਫੌਜ ਕਹਿ ਰਹੀ ਹੈ ਕਿ ਜੀ ਤੂੰ ਅਸਤੀਫਾ ਦਿਓ। ਹੁਣ ਜਿਹੜੀ ਸੂਰਤ ਹਾਲ ਹੈ ਨਾ, ਇਹ ਹੈ ਕਿ ਹੁਣ ਇਹ ਅਸਤੀਫਾ ਦੇਣਾ। ਅਗਰ ਤੁਸੀਂ ਪਾਕਿਸਤਾਨ ਦੀ ਬਿਹਤਰੀ ਚਾਹੁੰਦੇ, ਪਾਕਿਸਤਾਨ ਦੀ ਆਵਾਮ ਔਰ ਪਾਕਿਸਤਾਨ ਦੀ ਫੌਜ ਵੀ ਪਾਕਿਸਤਾਨ ਦੀ ਬਿਹਤਰੀ ਚਾਹੁੰਦੀ ਹੈ, ਤੇ ਆਸਮ ਮੁਨੀਰ ਕੋ ਅਸਤੀਫਾ ਲੈਣਾ ਬੜਾ ਜ਼ਰੂਰੀ ਹੈ। ਕਿਉਂਕਿ ਆਸਮ ਮੁਨੀਰ ਜਿੰਨਾ ਲੰਬਾ ਹੁੰਦਾ ਜਾਏਗਾ, ਪਾਕਿਸਤਾਨ ਉਹਨਾਂ ਹੀ ਬਰਬਾਦ ਹੁੰਦਾ ਜਾਏਗਾ। ਔਰ ਇੱਕ ਚੀਜ਼ ਹੋਰ ਜ਼ਿਹਨ 'ਚ ਰੱਖਿਓ ਜੀ, ਆਖਰ ਦੀ 2 ਲਫ਼ਜ਼, ਇਹ ਜਿਹੜੇ ਟਰੰਪ ਦੀਆਂ ਗੱਲਾਂ ਕਰਦੇ ਨੇ, ਟਰੰਪ ਨੇ ਇਹ ਕਰਾਂ, ਟਰੰਪ ਹੁਣ ਕੀ ਹੋ ਰਿਹਾ? ਹੋ ਇਹ ਰਿਹਾ ਸਰ ਜੀ, ਉਹ ਇਮਰਾਨ ਖਾਨ ਨੂੰ ਪਾਕਿਸਤਾਨ ਨੂੰ ਸਕਰੂ ਕਰਨ ਵਾਸਤੇ, ਪਾਕਿਸਤਾਨ ਨੱਪਣ ਵਾਸਤੇ, ਪਾਕਿਸਤਾਨ ਦੱਬਣ ਵਾਸਤੇ ਇਸਤੇਮਾਲ ਕਰ ਰਹੇ ਆ। ਕਰਨਾ ਉਹਨਾਂ ਨੇ ਕੁਛ ਨਹੀਂ ਹੈਗਾ, ਉਹਨਾਂ ਨੂੰ ਆਪਣੇ ਕੰਮਾਂ ਨਾਲ ਗਰਜ਼ ਆ, ਇਮਰਾਨ ਖਾਨ ਨਾਲ ਕੁਛ ਲੈਣਾ ਦੇਣਾ ਨਹੀਂ ਹੈਗਾ। ਇਹ ਐਵੇਂ ਗੱਲਾਂ ਹੀ ਨੇ ਕਿ ਪਤਾ ਨਹੀਂ ਉਹ ਕੁਛ ਉਹਨੂੰ ਕੋਈ ਹਮਦਰਦੀ, ਉਹਨੂੰ ਕੋਈ ਹਮਦਰਦੀ ਨਹੀਂ। ਉਹ ਜਦੋਂ ਦੇਖਣਗੇ ਵੀ ਸਾਡੇ ਕੰਮ ਇਮਰਾਨ ਖਾਨ ਆਏਗਾ ਤਾਂ ਇਮਰਾਨ ਖਾਨ ਹੋ ਜਾਣਗੇ। ਹਜੇ ਉਹਨਾਂ ਨੂੰ ਪਤਾ ਹੈ ਕਿ ਆਵਾਮ ਜਿਹੜੀ ਹੈ ਇਹਨਾਂ ਦੇ ਖਿਲਾਫ ਹੈ, ਇਹ ਵੀ ਯਾਰ ਮਦਦਗਾਰ ਨੇ, ਇਹਨਾਂ ਨੂੰ ਹੁਣ ਇਹਨਾਂ ਨੂੰ ਸਹਾਰਾ ਚਾਹੀਦਾ। ਸਹਾਰਾ ਕਿੱਥੋਂ ਲੈਣਾ? ਆਵਾਮ ਤੇ ਦਿੰਦੀ ਨਹੀਂ, ਤੇ ਕਿੱਥੋਂ ਲੈਣਗੇ? ਬਾਹਰੋਂ ਲੈਣਗੇ। ਤੇ ਉਹ ਸਾਰੇ ਵਾਸਤੇ ਉਹ ਇਹਨਾਂ ਕੋਲ ਸ਼ਰਤਾਂ ਮਨਵਾਉਂਦੇ ਪਏ ਨੇ ਆਪਣੀਆਂ। ਅਮਰੀਕਾ ਨੇ ਆਪਣੀ ਸ਼ਰਤਾਂ ਮਨਵਾ ਰਹੇ, ਆਪਣੇ ਕਾਰੋਬਾਰ ਜ਼ਿੰਦਗੀ ਦੇ ਵਿੱਚ ਚੱਲੇ ਨੇ, ਆਪਣੇ ਕੰਮ ਕਰ ਰਹੇ ਨੇ। ਤੇ ਇਹ ਜਿਹੜੀ ਚੀਜ਼ਾਂ ਨਾ ਸਰ ਜੀ, ਇਹ ਪਾਕਿਸਤਾਨ ਦੀ ਕੌਮ ਜਿਹੜੀ ਨਾ ਨਜ਼ਰ ਰੱਖੇ, ਪਾਕਿਸਤਾਨ ਦੀ ਕਿਆਦਤ ਉਹਦੇ ਉੱਤੇ ਨਜ਼ਰ ਰੱਖੇ, ਔਰ ਇਹਨਾਂ ਚੀਜ਼ਾਂ ਦਾ ਖਿਆਲ ਕਰੋ ਕਿ ਭਾਈਜਾਨ ਇਹ ਸਰਕਾਰ, ਇਹ ਪਾਕਿਸਤਾਨ ਦੀ ਆਵਾਮ, ਇਮਰਾਨ ਖਾਨ ਇੱਕ ਜਗ੍ਹਾ ਤੇ ਖੜੇ ਹੈ। ਤੁਸੀਂ ਆਵਾਮ ਕੋ ਜਾਓ, ਤੁਸੀਂ ਵਾਪਸ ਆਵਾਮ ਕੋ ਜਾਇਆ ਕਰੋ, ਤੁਸੀਂ ਆਵਾਮ ਦੇ ਵਿੱਚ ਬੈਠਿਆ ਕਰੋ, ਆਵਾਮ ਨਾਲ ਗੱਲ ਕਰਿਆ ਕਰੋ, ਆਵਾਮ ਨਾਲ ਮੀਟਿੰਗਾਂ ਕਰਿਆ ਕਰੋ, ਆਵਾਮ ਨਾਲ ਪ੍ਰੈਸ ਕਾਨਫਰੰਸ ਕਰਿਆ ਕਰੋ। ਇਹ ਜਿਹੜੀ ਕਹਾਣੀ ਹੈ ਕਿ ਸੋਸ਼ਲ ਮੀਡੀਆ ਕੋ ਹਟਾ ਦੇ ਤਾਂ ਉਹ ਬੜੇ ਮਾੜੇ ਲੋਕ ਆ, ਪਤਾ ਨਹੀਂ ਸੋਸ਼ਲ ਮੀਡੀਆ। ਉਹ ਭਾਜੀ ਤੁਹਾਡੇ ਘਰ ਜਿਹੜੇ ਬੱਚੇ ਬੈਠੇ ਆ ਉਹ ਸਾਰੇ ਸੋਸ਼ਲ ਮੀਡੀਆ ਆ। ਤੁਹਾਡੇ ਜਿਹੜੇ ਧੀ ਪੁੱਤਰ ਬੈਠੇ ਸਾਰੇ ਸੋਸ਼ਲ ਮੀਡੀਆ ਹੀ ਆ। ਕੌਣ ਸੋਸ਼ਲ? ਤੁਹਾਡੀਆਂ ਬੁੜੀਆਂ, ਤੁਹਾਡੀਆਂ ਬੇਗਮਾਂ, ਤੁਹਾਡੇ ਬੱਚੇ, ਤੁਹਾਡੇ ਭੈਣ, ਤੁਹਾਡੇ ਭਰਾ, ਤੁਹਾਡੇ ਚਾਚੇ, ਮਾਮੇ, ਫੁੱਫੀਆਂ, ਸਭ ਸੋਸ਼ਲ ਮੀਡੀਆ ਹੈ। ਜਿਸ ਬੰਦੇ ਕੋ ਫੋਨ ਬੜਾ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਦੇ ਮਗਰ ਲੱਗੇ ਰਹਿਣਾ। ਇਹ ਸਾਰੇ ਇਸ ਤਰ੍ਹਾਂ ਦੀ ਕਹਾਣੀ ਬਣਨੀ। ਸੋਸ਼ਲ ਮੀਡੀਆ ਆਵਾਮ ਆ, ਆਵਾਮ ਦੇ ਕੋਲ ਜਾਓ, ਬਜਾਏ ਨੇ ਕੋਈ ਇਹ ਨਾ ਬਾਤ ਕਰੇ, ਉਹ ਨਾ ਬਾਤ ਕਰੇ। ਬਾਕੀ ਵੀ ਗੱਲ ਕੀਤੀ, ਤੁਸੀਂ ਜਿਹੜੇ ਨਵੀਂ ਕਹਾਣੀ ਸ਼ੁਰੂ ਕੀਤੀ ਹੈ ਨਾ ਕਿ ਉਹ ਜੀ ਟਵੀਟ ਆ ਗਈ ਥੀ ਇਸ ਲਈ ਇਮਰਾਨ ਖਾਨ ਰਿਹਾ ਨਹੀਂ ਹੁਆ, ਵਰਨਾ ਟਵੀਟ ਨਾ ਆਤੀ ਤਾਂ ਇਮਰਾਨ। ਉਹ ਕੀ ਕਰਨ ਹੈ ਤੁਸੀਂ ਯਾਰ? ਤੁਸੀਂ ਇਹਨਾਂ ਗੱਲਾਂ ਯਕੀਨ ਕਰਨਾ ਹੈ? ਜਿਨ੍ਹਾਂ ਨੇ ਕੰਮ ਕਰਨਾ ਹੈ, ਜਿਨ੍ਹਾਂ ਨੇ ਪਾਕਿਸਤਾਨ ਦਾ ਫਾਇਦਾ ਕਰਨਾ, ਜਿਨ੍ਹਾਂ ਨੇ ਪਾਕਿਸਤਾਨ ਨੂੰ ਆਪਣਾ ਸਮਝਿਆ, ਉਹਨਾਂ ਨੇ ਸਰ ਹੋਰ ਤਰੀਕੇ ਨਾਲ ਕੰਮ ਕਰਨਾ। ਜਿਹਨਾਂ ਬੱਚਿਆਂ ਨੂੰ ਪਾਸਪੋਰਟ ਲੈ ਕੇ ਦੇਣੇ, ਧੀ ਪੁੱਤਰਾਂ ਨੂੰ ਪਾਸਪੋਰਟ ਲੈ ਕੇ ਦੇਣਾ, ਉਹਨਾਂ ਹੋਰ ਤਰੀਕੇ ਨਾਲ ਸੋਚਣਾ। ਤੁਸੀਂ ਪਾਕਿਸਤਾਨੀ ਆਵਾਮ ਨਾਲ ਸੋਚੋ। ਤੁਹਾਨੂੰ ਵੋਟ ਪਾਕਿਸਤਾਨੀ ਆਵਾਮ ਨੇ ਦਿੱਤਾ, ਬੜੇ ਔਖੇ ਹੋ ਕੇ ਦਿੱਤਾ,
ਬੜੀਆਂ ਮੁਸ਼ਕਲਾਂ ਨਾਲ ਪਾਕਿਸਤਾਨੀ ਆਵਾਮ ਨੇ ਤੁਹਾਨੂੰ ਵੋਟ ਪਾਇਆ, ਲੱਭ ਕੇ ਵੋਟ ਪਾਇਆ। ਉਸ ਵੋਟ ਦੀ ਲਾਜ ਰੱਖੋ ਤੇ ਸੋਚੋ ਬਹਿ ਕੇ, ਥੋੜਾ ਜਿਹਾ ਹੌਸਲਾ ਦਲੇਰੀ ਦਿਖਾਓ। ਤੁਹਾਡੀਆਂ ਜਿਹੀਆਂ ਕੁਰਬਾਨੀਆਂ ਨਾ ਉਹ ਵੀ ਕਿਸੇ ਪਾਸੇ ਲੱਗਣ। ਆਪਣਾ ਬਹੁਤ ਖਿਆਲ ਰੱਖਿਆ ਜੇ। ਰੱਬ ਰਾਖਾ।